ਹੈਲੋ ਐਵਰੀਬਡੀ ਵੈਲਕਮ ਬੈਕ ਟੂ ਦ ਚੈਨਲ ਆਇਲਸ ਕੋਚਿੰਗ ਆਨਲਾਈਨ। ਜਿੱਦਾਂ ਕਿ ਤੁਹਾਡੇ ਸਾਰਿਆਂ ਨੂੰ ਪਤਾ ਹੈ ਕਿ ਵੀ ਹੈਵ ਸਟਾਰਟਡ ਵਿਦ ਦ ਸਪੀਕਿੰਗ ਪੋਰਸ਼ਨ ਦੇ ਵਿੱਚ ਵੀ ਵਰ ਡੂਇੰਗ ਪਾਰਟ 1 ਆਫ ਦੀ ਇੰਟਰੋਡਕਸ਼ਨ। ਅੱਜ ਅਸੀਂ ਉਹ ਤੋਂ ਹੀ ਅੱਗੇ ਜਿਹੜਾ ਹੈ ਫਰਦਰ ਪ੍ਰੋਸੀਡ ਕਰਾਂਗੇ। ਸੋ ਲੈਟਸ ਗੈਟ ਸਟਾਰਟਡ। ਪਹਿਲਾਂ ਆਪਾਂ ਸਟ੍ਰੈਟਜੀਜ਼ ਰਿਵਾਈਜ਼ ਕਰਾਂਗੇ, ਠੀਕ ਹੈ। ਵੀ ਵਿਲ ਰਿਵਾਈਜ਼ ਦ ਸਟ੍ਰੈਟਜੀਜ਼ ਆਫ ਆਨਸਰਿੰਗ ਦ ਇੰਟਰੋਡਕਸ਼ਨ ਕੁਐਸਚਨਸ। ਸਭ ਤੋਂ ਪਹਿਲਾਂ ਸਟ੍ਰੈਟਜੀ ਕੀ ਹੁੰਦੀ ਹੈ, ਲਾਈਕ these will be the questions of the introductory part। तो सब तो पहला स्ट्रैटेजी की रहेगी अपनी that how we are supposed to answer the questions in the introduction। सब तो पहला पॉइंट होंदा है कि answer in dash। तो आप पहले पिछली वीडियो च भी डिस्कस किया सी कि वी शुड ट्राई टू गिव शॉर्ट आंसर्स, नॉट वेरी मच लॉन्ग आंसर्स। बहुत ज़्यादा इलैबोरेटिव आंसर्स आपने नहीं देने होंगे बिकॉज इट इज़ इंट्रोडक्शन पोर्शन, इट इज़ जस्ट अ वार्म अप सैशनस। तो आप अपने जोड़े आंसर्स है उन्होंने इलैबोरेट ज़्यादा नहीं करांगे। ਇਹਦਾ ਜਿਹੜਾ ਰੀਜ਼ਨ ਸੀ ਆਪਾਂ ਪਿਛਲੀ ਵੀਡੀਓ 'ਚ ਵੀ ਡਿਸਕਸ ਕੀਤਾ ਸੀ ਕਿ ਇਹ ਗਾਹ ਨੂੰ ਜਾ ਕੇ ਜਿਹੜੀ ਸਾਡੀ ਫਲੂਐਂਸੀ ਹੈ ਹੋ ਸਕਦਾ ਉਹਦੇ ਵਿੱਚ ਸਾਡੇ ਪੁਆਇੰਟਸ ਡਿਡਕਟ ਹੋ ਜਾਣ, ਕਿਉਂਕਿ ਕਈ ਵਾਰੀ ਆਪਾਂ ਕੀ ਕਰਦੇ ਹਾਂ ਕਿ ਇੰਟਰੋਡਕਸ਼ਨ ਪੋਰਸ਼ਨ ਦੇ ਵਿੱਚ ਵੀ ਟੈਂਡ ਟੂ ਬੀ ਵੈਰੀ ਫਾਸਟ। ਦੈਨ ਮੂਵਿੰਗ ਔਨ ਟੂ ਦ ਕਿਊ ਕਾਰਡ ਐਂਡ ਡਿਸਕਸ਼ਨ ਪੋਰਸ਼ਨ, ਉੱਥੋਂ ਤੱਕ ਪਹੁੰਚਦੇ ਜਿਹੜੀ ਸਾਡੀ ਫਲੂਐਂਸੀ ਹੈ ਕਈ ਵਾਰੀ ਘੱਟ ਹੋ ਜਾਂਦੀ ਹੈ ਬਿਕੋਜ਼ ਵੀ ਲੈਕ ਆਈਡੀਆਜ਼। ਸੋ ਦੇਅਰਫੋਰ ਟੂ ਬੀ ਔਨ ਅ ਸੇਫ ਸਾਈਡ ਆਪਣੇ ਬਹੁਤ ਵੱਡੇ ਆਂਸਰਸ ਨਹੀਂ ਦੇਣੇ। ਵੀ ਸ਼ੁੱਡ ਸਟਿਕ ਟੂ 2 to 3 ਸੈਂਟੈਂਸਸ ਓਨਲੀ। ਦੈਨ ਉਸ ਤੋਂ ਬਾਅਦ ਹੁੰਦਾ ਹੈ ਪੈਰਾਫਰੇਜ਼ ਯੋਰ ਆਂਸਰਸ। ਵੀ ਸ਼ੁੱਡ ਆਲਵੇਜ਼ ਪੈਰਾਫਰੇਜ਼ ਆਰ ਆਂਸਰਸ। ਪੈਰਾਫਰੇਜ਼ ਆਂਸਰਸ ਮਤਲਬ ਜੇ ਮੰਨ ਲਓ ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ ਡੂ ਯੂ ਲਾਈਕ ਰੀਡਿੰਗ ਬੁੱਕਸ, ਤੇ ਆਪਾਂ ਕੀ ਕਹਿ ਸਕਦੇ ਹਾਂ, ਯੈਸ ਆਈ ਡੂ ਪ੍ਰੈਫਰ ਰੀਡਿੰਗ ਬੁੱਕਸ। ਮਤਲਬ ਕਿ ਜੋ ਤੁਹਾਡੇ ਕੋਲ ਕੁਐਸਚਨ ਪੁੱਛਿਆ ਗਿਆ ਹੈ ਉਸੀ ਕੁਐਸਚਨ ਦਾ ਤੁਸੀਂ ਆਨਸਰ ਦੇਣਾ, ਬਟ ਸੈਂਟੈਂਸ ਜਿਹੜਾ ਕੁਐਸਚਨ ਦੇ ਵਿੱਚ ਮੈਂਸ਼ਨਡ ਹੈ ਉਹ ਨਾ ਯੂਜ਼ ਕਰਕੇ ਆਪਣੇ ਵੱਲੋਂ ਕੋਈ ਹੋਰ ਤੁਸੀਂ ਸੈਂਟੈਂਸ ਯੂਜ਼ ਕਰਨਾ ਹੈ, ਲੇਕਿਨ ਆਪਾਂ ਨੇ ਸੈਂਸ ਜਿਹੜੀ ਸੈਂਟੈਂਸ ਦੀ ਹੁੰਦੀ ਹੈ ਉਹ ਉਹੀ ਰੱਖਣੀ ਹੈ। ਉਸ ਤੋਂ ਬਾਅਦ ਜੀ ਥਰਡ ਪੁਆਇੰਟ ਆਉਂਦਾ ਹੈ ਗਿਵ ਡੈਸ਼ ਆਨਸਰਸ। ਇਹਦੇ ਵਿੱਚ ਆਉਂਦਾ ਹੈ ਜੀ ਗਿਵ ਕੰਪਲੀਟ ਆਨਸਰਸ। ਉਹ ਜਿੱਦਾਂ ਮੰਨ ਲਓ ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ, ਸੇਮ ਕੁਐਸਚਨ ਮੈਂ ਐਗਜ਼ਾਮਪਲ ਦੀ ਤਰ੍ਹਾਂ ਲਵਾਂਗੀ, ਡੂ ਯੂ ਲਾਈਕ ਰੀਡਿੰਗ ਬੁੱਕਸ, ਅਤੇ ਆਪਾਂ ਨੇ ਯੈਸ ਜਾਂ ਫਿਰ ਨੋ ਕਰਕੇ ਛੱਡ ਨਹੀਂ ਦੇਣਾ ਹੁੰਦਾ। ਵੀ ਹੈਵ ਟੂ ਕੰਪਲੀਟ ਦ ਸੈਂਟੈਂਸ। ਫॉर एग्जाम्पल यू कैन आंसर येस आई लव रीडिंग बुक्स, आई प्रेफर रीडिंग बुक्स। जे तुसी नहीं इन्ना इंजॉय करते रीडिंग तो यू कैन से नो आई डू नॉट प्रेफर रीडिंग मच, बट यू हैव टू गिव कंप्लीट आंसर्स। इट शुड नॉट बी इनकम्प्लीट, वन वर्ड आंसर्स आर नॉट एक्सेप्टेबल because you remember it's a formal speaking test, so we need to be formal। ਉਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਹਾਂ ਕਿ ਮੈਥਡ ਕੀ ਰਹੇਗਾ ਜੀ ਇੰਟਰੋਡਕਸ਼ਨ ਕੁਐਸਚਨਸ ਦੇ ਆਨਸਰ ਕਰਨ ਨੂੰ। ਫਸਟ ਆਫ ਆਲ ਵੀ ਸ਼ੁੱਡ ਗਿਵ ਅ ਕੰਪਲੀਟ ਆਨਸਰ। ਬਾਈ ਆਨਸਰ ਆਈ ਮੀਨ ਅ ਕੰਪਲੀਟ ਆਨਸਰ। ਦੈਨ ਉਸ ਤੋਂ ਬਾਅਦ ਫੋਲੋਡ ਬਾਈ ਅ ਰੀਜ਼ਨ। ਨਾਓ ਵੈਨ ਯੂ ਸਪੋਰਟ ਯੋਰ ਆਨਸਰ ਵਿਦ ਅ ਰੀਜ਼ਨ, ਤੇ ਜਿਹੜਾ ਤੁਹਾਡਾ ਆਨਸਰ ਹੈ ਉਹ ਇੱਕ ਕੰਪਲੀਟ ਆਨਸਰ ਲੱਗਦਾ ਹੈ, ਰਾਈਟ। ਇੱਦਾਂ ਨਹੀਂ ਲੱਗਦਾ ਕਿ ਜੇ ਕੈਂਡੀਡੇਟ ਨੇ 2-3 ਸੈਂਟੈਂਸਿਸ ਵੀ ਬੋਲੇ ਆ ਅਤੇ ਉਹਨਾਂ ਕੋਲ ਆਈਡੀਆਜ਼ ਨਹੀਂ ਹੈਗੇ। ਕੰਪਲੀਟ ਸਾਡਾ ਜਿਹੜਾ ਥੋਟ ਪ੍ਰੋਸੈਸ ਹੈ ਕੰਪਲੀਟ ਲੱਗਦਾ ਕਿ ਵੀ ਹੈਵ ਅੰਡਰਸਟੂਡ ਦ ਕੁਐਸਚਨ ਪ੍ਰੋਪਰਲੀ ਐਂਡ ਦੈਨ ਵੀ ਹੈਵ ਪ੍ਰੈਜ਼ੈਂਟਡ ਦੀ ਆਨਸਰ ਆਲਸੋ ਪ੍ਰੋਪਰਲੀ, ਰਾਈਟ। ਕਿਉਂਕਿ ਤੁਹਾਨੂੰ ਪਤਾ ਇਹਦੇ ਵਿੱਚ ਆਪਾਂ ਨੂੰ ਕੋਹੈਰੈਂਸ ਦੇ ਮਾਰਕਸ ਮਿਲਦੇ ਆ। ਕੋਹੈਰੈਂਸ ਮੀਨਸ ਯੂ ਆਰ ਅੰਡਰਸਟੈਂਡਿੰਗ ਅਬਾਊਟ ਦ ਕੁਐਸਚਨ। ਸੋ ਇਫ ਵੀ ਸਪੋਰਟ ਆਰ ਆਨਸਰ ਵਿਦ ਅ ਰੀਜ਼ਨ, ਤੇ ਐਗਜ਼ਾਮੀਨਰ ਨੂੰ ਪਤਾ ਲੱਗਦਾ ਕਿ ਜਿਹੜਾ ਕੈਂਡੀਡੇਟ ਹੈ ਉਹਨਾਂ ਨੂੰ ਨਾ ਕਿ ਸਿਰਫ ਕੁਐਸਚਨ ਸਮਝ 'ਚ ਆਇਆ ਹੈ, ਬਟ ਉਹਨਾਂ ਨੇ ਜਿਹੜਾ ਆਨਸਰ ਹੈ ਉਹਨੂੰ ਸਪੋਰਟ ਵੀ ਕੀਤਾ ਹੈ ਵਿਦ ਅ ਗੁੱਡ ਐਂਡ ਵੈਲਿਡ ਰੀਜ਼ਨ। ਦੇ ਹੈਵ ਗਿਵਨ ਅ ਕੰਪਲੀਟ ਆਨਸਰ, ਠੀਕ ਹੈ ਜੀ। ਲਾਸਟ ਜਿਹੜਾ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਜੋ ਸਟੂਡੈਂਟਸ ਅਕਸਰ ਇਗਨੋਰ ਕਰ ਦਿੰਦੇ ਨੇ, ਜੋ ਆਪਾਂ ਆਪਣੇ ਨੈਕਸਟ ਹੁਣੇ ਥੋੜ੍ਹੀ ਦੇਰ ਬਾਅਦ ਆਪਣੀ ਕੁਐਸਚਨਸ ਜਦੋਂ ਆਪਾਂ ਕਰਾਂਗੇ ਉਹਦੇ ਵਿੱਚ ਵੀ ਆਪਾਂ ਦੱਸਾਂਗੇ। pay attention to the tense of the question। ਇਹ ਬਹੁਤ ਕੈਂਡੀਡੇਟ ਮਿਸਟੇਕ ਕਰਦੇ ਨੇ, ਉਹ ਡੂ ਡਿਡ ਰਾਈਟ ਇਹੋ ਜਿਹੇ ਸਿੰਪਲ ਵਰਡਸ ਦੇ ਵਿੱਚ ਵੀ ਕਨਫਿਊਜ਼ ਹੋ ਕੇ ਦੇ ਟੈਂਡ ਟੂ ਚੇਂਜ ਦ ਟੈਂਸ ਆਫ ਦ ਕੁਐਸਚਨ, ਅਤੇ ਆਪਣੇ ਗ੍ਰਾਮਰ ਦੇ ਵਿੱਚ ਜਿਹੜੇ ਮਾਰਕਸ ਹੈ ਉਹ ਡਿਡਕਟ ਕਰਵਾ ਬੈਠਦੇ ਨੇ। ਸੋ ਦੀਜ਼ ਆਰ ਆਲ ਓਵਰ ਦ 5 ਇੰਪੋਰਟੈਂਟ ਥਿੰਗ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਲਓਗੇ, ਤੁਸੀਂ ਇਹਨਾਂ ਚੀਜ਼ਾਂ ਦੀ ਮਾਸਟਰੀ ਕਰ ਲਓਗੇ, ਦੈਨ ਗਿਵਿੰਗ ਇੰਟਰੋਡਕਸ਼ਨ ਕੁਐਸਚਨ ਆਨਸਰਸ ਵੁੱਡ ਬਿਕਮ ਵੈਰੀ ਈਜ਼ੀ ਫॉर ਯੂ। ਓਕੇ, ਮੂਵਿੰਗ ਔਨ। ਇਹ ਆਪਣੇ ਕੋਲ ਕੁਛ ਮੇਜਰ ਕੈਟਾਗਰੀਜ਼ ਹੈਗੀਆਂ ਨੇ ਜਿਨ੍ਹਾਂ ਕੈਟਾਗਰੀਜ਼ ਦੇ ਉੱਪਰ ਸਾਨੂੰ ਇੰਟਰੋਡਕਸ਼ਨ ਕੁਐਸਚਨ ਆ ਜਾਂਦੇ ਨੇ। ਸੋ ਇਫ ਯੂ ਥਿੰਕ ਦੈਟ ਯੂ ਲੈਕ ਇਨ ਆਈਡੀਆਜ਼, ਰਾਈਟ, ਔਰ ਡੂ ਯੂ ਥਿੰਕ ਦੈਟ ਜਿਹੜੇ ਤੁਹਾਡੇ
ਸਪੀਕਿੰਗ ਸਕਿੱਲਸ ਹੈਗੇ ਨੇ ਤੁਹਾਡੇ ਇੰਨੇ ਪ੍ਰੋਫੀਸ਼ੀਐਂਟ ਨਹੀਂ ਹੈਗੇ ਤੇ ਤੁਸੀਂ ਆਪਣੇ ਇਹਨਾਂ ਲਿਸਟ ਉੱਤੇ ਕੰਮ ਕਰ ਸਕਦੇ ਹੋ, ਤੁਸੀਂ ਪਹਿਲਾਂ ਤੋਂ ਪ੍ਰਿਪੇਅਰ ਰਹਿ ਸਕਦੇ ਹੋ। ਨੋ ਡਾਊਟ ਜਿਹੜੇ ਸਪੀਕਿੰਗ ਦੇ ਕੁਐਸਚਨਸ ਆਉਂਦੇ ਨੇ ਇੱਕਦਮ ਐਬਰਪਟ ਹੁੰਦੇ ਨੇ, ਰਾਈਟ, ਵੀ ਡੂ ਨਾਟ ਹੈਵ ਐਨੀ ਆਈਡੀਆ ਕਿ ਉਹਨਾਂ ਨੇ ਸਾਡੇ ਤੋਂ ਕਿਹੜੇ ਟੌਪਿਕ ਬਾਰੇ ਪੁੱਛਣਾ, ਬਟ ਹੇਅਰ ਇਜ਼ ਅ ਲਿਸਟ ਜਿਹੜੀ ਬਹੁਤ ਕਾਮਨ ਲਿਸਟ ਹੈ ਆਪਣੇ ਆਇਲ ਸਪੀਕਿੰਗ ਦੀ। ਤੋ ਤੁਸੀਂ ਇਹਨਾਂ ਬਾਰੇ ਕੁਝ ਜਿਹੜੀਆਂ ਚੀਜ਼ਾਂ ਪੜ੍ਹ ਸਕਦੇ ਹੋ, ਕੁਝ ਵੋਕੈਬ ਲਰਨ ਕਰ ਸਕਦੇ ਹੋ, ਕੁਝ ਆਪਣੇ ਕੋਲ ਜਿਹੜਾ ਆਈਡੀਆਜ਼ ਹੈ ਤੁਸੀਂ ਜਨਰੇਟ ਕਰਕੇ ਰੱਖ ਸਕਦੇ ਹੋ। ਕਿਹੜੇ ਵਰਕਸ ਹੈ ਜੀ, ਹਾਂਜੀ ਤੁਹਾਨੂੰ ਵਰਕ ਰਿਲੇਟਿਡ ਕੁਐਸਚਨ ਪੁੱਛ ਜਾਂਦੇ ਨੇ, ਸਟੱਡੀ ਰਿਲੇਟਿਡ, ਹੋਮ ਟਾਊਨ ਰਿਲੇਟਿਡ, ਇਹ ਤਾਂ ਬਹੁਤ ਹੀ ਕਾਮਨ ਨੇ। ਤੁਹਾਨੂੰ ਆਰਟਸ ਉੱਤੇ ਪੁੱਛਿਆ ਜਾਂਦਾ ਤੁਹਾਡੇ ਬਚਪਨ ਬਾਰੇ, ਕੰਪਿਊਟਰਸ ਟੈਕਨੋਲੋਜੀ ਬਾਰੇ ਤੁਹਾਡਾ ਕੀ ਖਿਆਲ ਹੈ, ਤੁਹਾਡੀ ਡੇਲੀ ਰੂਟੀਨਸ, ਤੁਹਾਡੀਆਂ ਹੌਬੀਜ਼ ਉਹ ਪੁੱਛੀਆਂ ਜਾਂਦੀਆਂ ਨੇ ਤੁਹਾਨੂੰ, ਰਾਈਟ। ਈਵਨਿੰਗਸ ਤੁਸੀਂ ਆਪਣਾ ਕਿੱਦਾਂ ਟਾਈਮ ਸਪੈਂਡ ਕਰਦੇ ਹੋ, ਬੇਸਿਕਲੀ ਤੁਹਾਡੀ ਫੈਮਿਲੀ ਐਂਡ ਫਰੈਂਡਸ ਦੇ ਬਾਰੇ, ਫਲਾਵਰਸ ਔਰ ਟਰੀਜ਼ ਇਨ ਜਨਰਲ, ਟਰੀਜ਼ ਦੇ ਬਾਰੇ ਕੁਐਸਚਨਸ ਆ ਜਾਂਦੇ ਨੇ। ਫੂਡ ਬਹੁਤ ਕਾਮਨ ਟੌਪਿਕ ਹੈ। ਗੋਇੰਗ ਆਊਟ, ਹੈਂਗਿੰਗ ਆਊਟ ਵਿਦ ਫਰੈਂਡਸ, ਹਾਊ ਡੂ ਯੂ ਸਪੈਂਡ ਯੋਰ ਵੀਕਐਂਡਸ, ਬਹੁਤ ਕਾਮਨ ਟੌਪਿਕ ਹੈ। ਹੈਪੀਨੈਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ। ਦੈਨ ਅਗੇਨ ਇੰਟਰਨੈਟ, ਲੈਜਰ ਟਾਈਮ ਬਹੁਤ ਇੰਪੋਰਟੈਂਟ ਟੌਪਿਕ ਹੈ। ਨਿਊਜ਼ਪੇਪਰ ਅਗੇਨ ਵੈਰੀ ਇੰਪੋਰਟੈਂਟ ਟੌਪਿਕ। ਰੀਡਿੰਗ, ਸ਼ਾਪਿੰਗ, ਪੈਟਸ ਵੈਰੀ ਇੰਪੋਰਟੈਂਟ ਟੌਪਿਕ। ਸੋ ਬੇਸਿਕਲੀ ਦੀਜ਼ ਆਰ ਸਮ ਜਨਰਲ ਟੌਪਿਕਸ ਜੋ ਕਿ ਟਾਈਮ ਐਂਡ ਅਗੇਨ ਰਿਪੀਟ ਹੁੰਦੇ ਰਹਿੰਦੇ ਨੇ। ਸੋ ਬਹੁਤ ਸਾਰੇ ਕੈਂਡੀਡੇਟਸ ਦਾ ਹੁੰਦਾ ਕਿ ਸਾਨੂੰ ਕੁਝ ਟਿਪ ਦਿਓ, ਆਪਾਂ ਕਿੱਦਾਂ ਆਪਣੀ ਸਪੀਕਿੰਗ ਨੂੰ ਇੰਪਰੂਵ ਕਰ ਸਕਦੇ ਹਾਂ, ਜਾਂ ਫਿਰ ਵੀ ਬੇਸਿਕਲੀ ਵੀ ਫਾਈਂਡ ਇਟ ਵੈਰੀ ਡਿਫਿਕਲਟ ਟੂ ਜਨਰੇਟ ਦੀ ਆਈਡੀਆਜ਼। ਸੋ ਦੇਖੋ ਜੇ ਤੁਹਾਨੂੰ ਆਈਡੀਆਜ਼ 'ਚ ਪ੍ਰੋਬਲਮ ਆ ਰਹੀ ਹੈ ਇਹਦਾ ਮਤਲਬ ਯੂ ਨੀਡ ਟੂ ਬੇਸਿਕਲੀ ਡਿਸਕਸ that topics, you need to spend some time on these topics। ਤੁਹਾਡੇ ਕੋਲ ਸਾਹਮਣੇ ਟੌਪਿਕਸ ਦੀ ਲਿਸਟ ਹੈਗੀ ਹੈ, you can always prepare, right। ਤੁਸੀਂ ਹੈਲਪ ਲੈ ਸਕਦੇ ਹੋ, ਬਹੁਤ ਜ਼ਿਆਦਾ ਮਟੀਰੀਅਲ ਅਵੇਲੇਬਲ ਹੈਗਾ ਸਾਡੇ ਕੋਲ, right, you can always seek help। okay, now moving on, ਆਪਾਂ ਆਪਣਾ ਇੱਕ ਸੈਂਪਲ ਤਿਆਰ ਕਰਾਂਗੇ, ਰਾਈਟ। ਵੀ ਵਿਲ ਲੁੱਕ ਦੈਟ ਹਾਊ ਵੀ ਆਰ ਸਪੋਜ਼ ਟੂ ਆਨਸਰ ਦ ਕੁਐਸਚਨਸ। ਫੋਰ ਐਗਜ਼ਾਮਪਲ ਆਪਾਂ ਨੇ ਰੀਡਿੰਗ ਦੇ ਕੁਐਸਚਨਸ ਆਨਸਰ ਕਰਨੇ ਨੇ। ਆਪਾਂ ਸਭ ਤੋਂ ਪਹਿਲਾਂ ਤਾਂ ਆਪਣੀਆਂ ਟਿਪਸ ਰਿਵਾਈਜ਼ ਕਰ ਲੈਂਦੇ ਹਾਂ। ਜਿੱਦਾਂ ਆਪਣੇ ਕੋਲ ਕੁਐਸਚਨ ਹੈਗਾ ਡੂ ਯੂ ਆਫਨ ਰੀਡ, ਤੋਂ ਪਹਿਲਾਂ ਤਾਂ ਆਪਾਂ 10th ਦੇਖਦੇ ਹਾਂ। ਡੂ ਯੂ ਆਫਨ ਰੀਡ ਮੀਨਸ ਜਿਹੜਾ ਆ ਕੁਐਸਚਨ ਹੈ ਸਾਡੇ ਕੋਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਪੁੱਛਿਆ ਗਿਆ ਹੈ ਅਤੇ ਆਪਾਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੀ ਇਸ ਦਾ ਆਨਸਰ ਦੇਵਾਂਗੇ। ਉਸ ਤੋਂ ਬਾਅਦ ਹਾਊ ਵੀ ਆਰ ਸਪੋਜ਼ ਟੂ ਆਨਸਰ, ਆਪਾਂ ਬਹੁਤ ਜ਼ਿਆਦਾ ਇਲੈਬੋਰੇਟਿਵ ਆਨਸਰ ਨਹੀਂ ਦੇਵਾਂਗੇ, 2 to 3 ਲਾਈਨਸ ਦੇ ਵਿੱਚ ਹੀ ਆਨਸਰ ਦੇਵਾਂਗੇ। ਅਤੇ ਆਪਾਂ ਆਨਸਰ ਦੇਵਾਂਗੇ ਅਤੇ ਨਾਲ ਉਸ ਆਨਸਰ ਦਾ ਆਪਾਂ ਇੱਕ ਵੈਲਿਡ ਕੀ ਦੇਵਾਂਗੇ, ਰੀਜ਼ਨ, ਰਾਈਟ ਜੀ। ਓਕੇ, ਸੋ ਲੈਟਸ ਸਟਾਰਟ। ਡੂ ਯੂ ਆਫਨ ਰੀਡ, ਆਪਾਂ ਲਿਖ ਸਕਦੇ ਹਾਂ, ਸੌਰੀ ਆਪਾਂ ਬੋਲ ਸਕਦੇ ਹਾਂ ਯੈਸ। ਜੇ ਤੁਸੀਂ ਪ੍ਰੈਫਰ ਕਰਦੇ ਹੋ ਰੀਡ ਕਰਨਾ ਤਾਂ ਯੂ ਕੈਨ ਸੇ ਯੈਸ ਆਈ ਲਾਈਕ ਟੂ ਗੋ ਥਰੂ ਬੁੱਕਸ, ਰਾਈਟ। ਹੁਣ ਦੇਖੋ ਜੀ ਆਪਾਂ ਇਹ 'ਚ ਕੀ ਕੀਤਾ, ਆਪਾਂ ਆਨਸਰ ਦਿੱਤਾ, ਆਪਾਂ ਯੈਸ ਨੋ ਕਿਸੇ ਵੀ ਸੈਂਸ 'ਚ ਆਨਸਰ ਦੇ ਸਕਦੇ ਹਾਂ। ਦੇਰ ਇਜ਼ ਨੋ ਰੂਲ ਦੈਟ ਤੁਹਾਡਾ ਆਨਸਰ ਜਿਹੜਾ ਪੋਜ਼ੀਟਿਵ ਸੈਂਸ 'ਚ ਹੋਣਾ ਚਾਹੀਦਾ, ਤੁਹਾਡਾ ਆਨਸਰ ਨੈਗੇਟਿਵ ਸੈਂਸ 'ਚ ਹੋਣਾ ਚਾਹੀਦਾ। ਇਟ ਆਲ ਡਿਪੈਂਡਸ ਅਪੋਨ ਯੋਰ ਪ੍ਰੈਫਰੈਂਸ, ਰਾਈਟ। ਯੈਸ ਆਈ ਲਾਈਕ ਟੂ ਗੋ ਥਰੂ ਬੁੱਕਸ, ਹੁਣ ਇੱਥੇ ਲਿਖਿਆ ਜੀ ਤੁਹਾਨੂੰ ਰੀਡਿੰਗ ਪਸੰਦ ਹੈ, ਸੋ ਆਪਾਂ ਡਾਇਰੈਕਟ ਨਹੀਂ ਬੋਲ ਦਾਂਗੇ ਯੈਸ ਆਈ ਲਾਈਕ ਟੂ ਰੀਡ, ਰਾਈਟ। ਆਪਾਂ ਥੋੜ੍ਹਾ ਜਿਹਾ ਇਹਨੂੰ ਪੈਰਾਫਰੇਜ਼ ਕਰਨ ਦੀ ਕੋਸ਼ਿਸ਼ ਕਰਾਂਗੇ। ਪੈਰਾਫਰੇਜ਼ ਮਤਲਬ ਥੋੜ੍ਹਾ ਜਿਹਾ ਸੈਂਟੈਂਸ ਦੀ ਜਿਹੜੀ ਫਾਰਮ ਹੈ ਆਪਾਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ। ਐਂਡ ਆਲਸੋ ਇਟਸ ਅ ਕੰਪਲੀਟ ਆਨਸਰ, ਆਪਾਂ ਯੈਸ ਜਾਂ ਨੋ ਕਹਿ ਕੇ ਛੱਡਿਆ ਨਹੀਂ ਹੈ, ਆਪਾਂ ਆਪਣੀ ਪੂਰੀ ਸੈਂਟੈਂਸ ਬੋਲੀ ਹੈ, right। So this is the strategy, we need to give complete answers because always remember IELTS speaking is a formal speaking, right। now we will support our basically idea with a reason। ਆਪਾਂ reason ਕੀ ਦੇ ਸਕਦੇ ਹਾਂ ਇਹਦੇ ਵਿੱਚ, for example yes I like to go through books as I feel reading helps me to enhance my knowledge। ठीक है जी। okay, let's move on to second question। what is your favorite kind of book to read, right। ਹੁਣ ਆਪਾਂ ਇਹਦੇ ਵਿੱਚ ਕੀ ਕਹਿ ਸਕਦੇ ਹਾਂ, ਮੰਨ ਲਓ ਆਪਾਂ ਉੱਪਰ ਹੀ ਦੱਸਿਆ ਹੈ, ਉੱਪਰ ਵਾਲੇ ਕੁਐਸਚਨ ਦੇ ਵਿੱਚ ਹੀ ਦੱਸਿਆ ਹੈ ਕਿ ਯੈਸ ਆਈ ਲਾਈਕ ਟੂ ਰੀਡ ਬੁੱਕਸ, ਅਤੇ ਆਪਾਂ ਕੀ ਲਿਖ ਸਕਦੇ ਹਾਂ, ਐਜ਼ ਆਈ ਮੈਂਸ਼ਨਡ ਜਾਂ ਐਜ਼ ਆਈ ਟੋਲਡ I am fond of books, I am fond of reading or reading books, right। ਹੁਣ ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ what is your favorite kind of book, so you can say I prefer reading
novels. However, as I am a student, therefore I have to read academic books too. ठीक है जी, इत्थे अपना आंसर कंप्लीट है, राइट। कंप्लीट आंसर आप दिता है फॉलोड बाय अ रीजन। मूविंग ऑन टू थर्ड क्वेश्चन, डू यू ऑफन रीड न्यूज़पेपर। आप ਇਹਦਾ ਆਨਸਰ ਕੀ ਦੇ ਸਕਦੇ ਹਾਂ। ਹੁਣ ਆਪਾਂ ਜਿਹੜੇ ਦੋ ਆਨਸਰ ਆ ਪੋਜ਼ਿਟਿਵ ਸੈਂਸ 'ਚ ਦੇ ਦਿੱਤੇ ਨੇ ਅਤੇ ਇੱਕ ਆਪਾਂ ਆਨਸਰ ਨੈਗੇਟਿਵ ਸੈਂਸ 'ਚ ਦੇ ਦਿੰਦੇ ਹਾਂ। ਸੋ ਦੇਰ ਇਜ਼ ਬੇਸਿਕਲੀ ਨੋ ਰੂਲ। ਤੋ ਆਪਾਂ ਵੀ ਕੈਨ ਸੇ honestly or frankly speaking, I don't go through। ਹੁਣ ਰੀਡ ਦੀ ਜਗ੍ਹਾ ਆਪਾਂ ਕੀ ਬੋਲ ਸਕਦੇ ਹਾਂ, go through। I don't go through newspapers or newspaper on daily basis, although I like to be updated with current affairs, therefore I go through news online, या फिर I read news online। ठीक है जी, ਆਪਾਂ ਕੀ ਕਿਹਾ ਹੈ ਕਿ ਆਪਾਂ ਨਿਊਜ਼ਪੇਪਰ ਡੇਲੀ ਬੇਸਿਸ 'ਤੇ ਨਹੀਂ ਪੜ੍ਹ ਪਾਉਂਦੇ, ਬਟ in order to be aware about the current happenings or the current situations, I go through news online, right? Do you have any e-book? Now e-book stands for electronic books। ਇਹ ਬਹੁਤ common question ਹੈ ਜੇ ਤੁਹਾਡੇ ਕੋਲ ਪੁੱਛਿਆ ਜਾਏਗਾ। e-word, e-technology, right, e-products, ਬਹੁਤ ਸਾਰਾ ਤੁਹਾਨੂੰ ਇੱਦਾਂ ਦੇ questions ਪੁੱਛੇ ਜਾਣਗੇ। So here e stands for electronic। So do you have any e-book? So you can say yes, during this pandemic period as all the study is going online, therefore I have also downloaded many e-books to get help in my studies। ठीक है जी। लास्ट क्वेश्चन है, what books did you read as a child? ਹੁਣ ਦੇਖੋ ਇਹ ਤੁਹਾਡੇ ਕੋਲ ਕੁਐਸਚਨ ਕਿਸ ਸੈਂਸ 'ਚ ਪੁੱਛਿਆ ਗਿਆ ਹੈ, ਪਾਸਟ ਟੈਂਸ 'ਚ। ਨਾਓ ਇਫ ਯੂ ਸੀ ਐਜ਼ ਅ ਚਾਈਲਡ, ਓਬਵੀਅਸਲੀ ਤੁਸੀਂ ਹੁਣ ਚਾਈਲਡ ਤੇ ਨਹੀਂ ਹੈਗੇ, ਯੂ ਆਰ ਅ ਯੰਗਸਟਰ ਨਾਓ। ਸੋ what kind of books did you read as a child? So you can say during my childhood days I used to read you can say that during my childhood days I used to read storybooks or animated books। Okay guys, so this was a way how we can answer the introduction questions। So guys, this was all for answering the introduction portion। If you still have some query, you can comment down below, or if you want me to take up a topic, you can also write that in the comment section and we'll surely work upon that। Thank you।